ਹੈਲੋ एवरीवन ਵੈਲਕਮ ਬੈਕ ਟੂ ਮਾਈ ਚੈਨਲ BA ਸਮੈਸਟਰ 3 ਸੋਸ਼ੀਓਲੋਜੀ ਦੀ ਵੀਡੀਓ ਸੀਰੀਜ਼ ਦੇ ਵਿੱਚ ਆਪਾਂ ਸਮਾਜਿਕ ਸਤਰੀਕਰਨ ਦੀਆਂ ਥਿਊਰੀਜ਼ ਕਰਾਂਗੇ। ਮਾਰਕਸ ਦੀ, ਵੈਬਰ ਦੀ, ਡੇਵਿਸ ਅਤੇ ਮੂਰ ਦੀ, ਵਾਰਨਰ ਦੀ। ਇੰਪੋਰਟੈਂਟ ਹੈ ਕੁਐਸਚਨ ਜਦੋਂ ਸਟਾਰਟ ਕਰਨਾ ਆਪਾਂ ਨੇ ਸਭ ਤੋਂ ਪਹਿਲਾਂ, ਕਿਉਂਕਿ ਇਹ ਸਮਾਜਿਕ ਸਤਰੀਕਰਨ ਦੇ ਸਿਧਾਂਤ ਪੁੱਛਣੇ, ਤਾਂ ਪਹਿਲਾਂ ਜਿਹੜਾ ਇੱਕ ਪੇਜ ਆਪਾਂ ਨੇ ਸਮਾਜਿਕ ਸਤਰੀਕਰਨ ਬਾਰੇ ਲਿਖਣਾ। ਠੀਕ ਹੈ, ਪਹਿला क्वेश्चन करवाया सी ना, जो उसकी इंट्रोडक्शन करवाई है, 2-3 डेफिनेशनस कराइया, वो लिख के उस तो बाद थ्योरीज अपन ने स्टार्ट करनी है। क्योंकि कई बार कला मार्क्स पूछ लेंगे ने, कई बार कला वैबर पूछ लेंगे ने, डेविस मूर कला पूछ लेंगे ने, तो ये थोड़ा क्वेश्चन जो है 4-5 पेजिज का अटैम्प्ट नहीं होना, ता करके अपन ने 1 पेज जोड़ा है इंट्रोडक्शन का देना है, सोशल स्ट्रैटिफिकेशन हुंदा की है। ठीक है, बहुत प्रेजेंटेबल तरीके लिख के आना है। तो फस्ट ऑफ ऑल तो जान पछाण जिमें पहला मैं करवाई सी, ठीक है, सेम टू सेम एज इट इज़ ही कर लियो चाहे, कि समाजिक सतरीकरण जिहड़ा है समाज दे विच पाया जाता है। ये 2 शब्दों तो बने है, सोशल स्ट्रैटिफिकेशन। स्ट्रैटा का अर्थ है अंग्रेजी दे विच लेयर्स, यानी कि तहां। ठीक है, लैटिन भाषा के वर्ड तो बनया है स्ट्रैटा, जिहड़ा है लैटिन भाषा के वर्ड स्ट्रैटम तो बनया, जिसका अर्थ है सतरां। ठीक है, सतर मतलब उपर तो उपर जिहड़ियां तहां वजियां होईयां हुंदियां ने वो चीज़। ਤਾਂ 17 ਇਸ ਗੱਲ ਦੀਆਂ ਪ੍ਰਤੀਕ ਨੇ ਕਿ ਜਦੋਂ ਸਮਾਜ ਦੇ ਵਿੱਚ 17 ਆ ਜਾਂਦੀਆਂ ਨੇ, ਲੇਅਰਸ ਬਣ ਜਾਂਦੀਆਂ, ਤਾਂ ਉਸ ਨੂੰ ਅਸੀਂ ਸੋਸ਼ਲ ਸਟ੍ਰੈਟੀਫਿਕੇਸ਼ਨ ਕਹਿੰਦੇ ਹਾਂ। ਸਟ੍ਰੈਟਾ ਦਾ ਅਰਥ ਹੈ 17। ਕੋਈ ਵੀ ਵਸਤੂ, ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹ ਇਕੱਲੀ ਨਹੀਂ ਹੁੰਦੀ, ਵੱਖ-ਵੱਖ ਸਤਰਾਂ ਦੇ ਵਿੱਚ, ਲੇਅਰਸ ਦੇ ਵਿੱਚ ਜਿਹੜੀ ਹੈ ਵੰਡੀ ਹੁੰਦੀ ਆ। ਤਾਂ ਸਤਰੀਕਰਨ ਜਿਹੜਾ ਹੈ ਉਸ ਦਾ ਅਰਥ ਵਿਸ਼ੇਸ਼ ਜਿਹੜਾ ਹੈ, ਵਿਸ਼ੇਸ਼ ਕਿਸੇ ਵੀ ਚੀਜ਼ ਦਾ ਵੱਖ-ਵੱਖ ਸਤਰਾਂ ਦੇ ਵਿੱਚ ਵੰਡੇ ਜਾਣ ਤੋਂ ਹੈ। ਤਾਂ ਕਿਉਂਕਿ ਅਸੀਂ ਸਮਾਜ 'ਚ ਰਹਿੰਦੇ ਹਾਂ, ਮਨੁੱਖ ਸਮਾਜ 'ਚ ਰਹਿੰਦਾ, ਤਾਂ ਕਰਕੇ ਸਮਾਜ ਦੇ ਵਿੱਚ ਸਤਰੀਕਰਨ ਪਾਇਆ ਜਾਂਦਾ ਹੈ। ਵੱਖ-ਵੱਖ ਵਰਗ ਹੁੰਦੇ ਨੇ, ਕਲਾਸ ਦੇ ਅਕੋਰਡਿੰਗ ਅਤੇ ਕਾਸਟ ਦੇ ਅਕੋਰਡਿੰਗ। ਕਾਸਟ ਦੇ ਅਕੋਰਡਿੰਗ ਅਸੀਂ ਵਰਨਾਂ ਦੇ ਰੂਪ ਦੇ ਵਿੱਚ 4 ਤਰੀਕੇ ਨਾਲ ਡਿਵਾਈਡ ਹੈ: ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰ। ਕਲਾਸਿਸ ਕਿਹੜੀਆਂ ਨੇ? ਅਪਰ ਕਲਾਸ, ਮਿਡਲ ਕਲਾਸ ਅਤੇ ਲੋਅਰ ਕਲਾਸ, ਹੈ ਨਾ। ਉੱਚ ਵਰਗ, ਮੱਧ ਵਰਗ ਅਤੇ ਨਿਮਨ ਵਰਗ। ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਇਹ ਅਸੀਂ ਕਾਸਟ ਦੇ ਅਕੋਰਡਿੰਗ ਆ, ਇਹ ਅਸੀਂ ਕਲਾਸ ਦੇ ਅਕੋਰਡਿੰਗ ਆ। ਤਾਂ ਇਹ 70 ਸਾਡੇ ਜਿਹੜੇ ਨੇ ਸਤਰੀਕਰਨ ਸਮਾਜ ਵਿੱਚ ਪਾਇਆ ਜਾਂਦਾ। ਤਾਂ ਅਸੀਂ ਅਗਰ ਦੇਖੀਏ ਤਾਂ ਇਹ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ, ਲੇਕਿਨ ਜਿਹੜਾ ਹੈ ਰਿਗਵੈਦਿਕ ਕਾਲ ਤੋਂ ਜਿਹੜਾ ਸਤਰੀਕਰਨ ਹੈ ਜਾਤ ਦੇ ਵਿੱਚ ਬਹੁਤ ਜ਼ਿਆਦਾ ਹਾਈ ਹੋ ਗਿਆ। ਪਰ ਹੁਣ ਅਗਰ ਆਪਾਂ ਗੱਲ ਕਰੀਏ, ਸਤਰੀਕਰਨ ਜਾਤ ਦੇ ਅਕੋਰਡਿੰਗ ਘੱਟ ਦੇਖਣ ਨੂੰ ਮਿਲਦਾ। ਠੀਕ ਹੈ, ਕਲਾਸ ਦੇ ਅਕੋਰਡਿੰਗ ਜ਼ਿਆਦਾ ਦੇਖਣ ਨੂੰ ਮਿਲਦਾ। ਜਿਹੜੇ ਲੋਕ ਨੇ ਅਮੀਰ ਨੇ, ਮੱਧ ਵਰਗ ਦੇ ਵਿੱਚ ਰੱਖਦੇ ਹਾਂ ਆਪਾਂ ਉਹਨਾਂ ਨੂੰ, ਗਰੀਬ ਵਰਗ 'ਚ ਰੱਖਦੇ ਹਾਂ। ਠੀਕ ਹੈ, ਸੋ ਇਹ ਕਲਾਸਿਸ ਪਾਈਆਂ ਜਾਂਦੀਆਂ। ਕਾਸਟ ਦੀ ਜਿਹੜੀ ਸਿਸਟਮ ਹੈ, ਸਟ੍ਰੈਟੀਫਿਕੇਸ਼ਨ ਹੈ, ਉਹ ਥੋੜ੍ਹੀ ਕਮਜ਼ੋਰ ਹੋ ਗਈ ਹੈ, ਲੇਕਿਨ ਕਲਾਸ ਦੀ ਹਲੇ ਵੀ ਹੈਗੀ ਆ। ਠੀਕ ਹੈ, ਉਸ ਤੋਂ ਬਾਅਦ 'ਚ 2 ਪਰਿਭਾਸ਼ਾਵਾਂ ਮੈਂ ਤੁਹਾਨੂੰ ਕਿਹਾ ਸੀ, ਕੋਈ ਵੀ 2 ਪਰਿਭਾਸ਼ਾਵਾਂ ਤੁਸੀਂ ਕਰ ਸਕਦੇ ਹੋ। ਗਿਸਬਰਟ ਜਿਹੜੇ ਲਿਖ ਰਹੇ ਨੇ, ਸਮਾਜਿਕ ਸਤਰੀਕਰਨ ਦਾ ਅਰਥ ਹੈ ਸਮਾਜ ਨੂੰ ਕੁਝ ਅਜਿਹੇ ਸਥਾਈ ਸਮੂਹਾਂ, ਸ਼੍ਰੇਣੀਆਂ ਦੇ ਵਿੱਚ ਵਿਭਾਜਿਤ ਕਰਨਾ, ਯਾਨੀ ਕਿ ਵੰਡਣਾ ਦੀ ਵਿਵਸਥਾ ਹੈ ਜਿਸ ਦੇ ਅੰਤਰਗਤ ਸਾਰੇ ਸਮੂਹ ਸ਼੍ਰੇਸ਼ਠ ਅਧੀਨ ਜਿਹੜੇ ਸੰਬੰਧ ਨੇ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ। ਕੋਈ ਕਿਸੇ ਨੂੰ ਅਸੀਂ ਕਹਿੰਦੇ ਹਾਂ ਵੀ ਇਹ ਸ਼੍ਰੇਸ਼ਠ ਹੈ ਗਰੁੱਪ, ਕਿਸੇ ਨੂੰ ਅਸੀਂ ਕਹਿੰਦੇ ਹਾਂ ਨਿਮਨ ਵਰਗ ਹੈ। ਠੀਕ ਹੈ, ਔਗਬਨ ਅਤੇ ਨਿਮਕੋਫ ਕਹਿ ਰਹੇ ਨੇ ਸਤਰੀਕਰਨ ਉਹ ਪ੍ਰਕਿਰਿਆ ਹੈ ਜਿਸ ਵਿੱਚ ਵਿਅਕਤੀ ਅਤੇ ਸਮੂਹਾਂ ਦੇ ਪਦਾਂ ਦੀ ਸਥਾਈ ਕਰਮਬੱਧਤਾ ਵਿੱਚ ਵਿਭਾਜਿਤ ਹੋ ਜਾਂਦਾ। ਜਿਵੇਂ ਬ੍ਰਾਹਮਣ ਸਭ ਤੋਂ ਉੱਤਰੀ, ਫਿਰ ਕਸ਼ਤਰੀ, ਫਿਰ ਵੈਸ਼ਯ, ਫਿਰ ਸ਼ੂਦਰ, ਅਪਰ ਕਲਾਸ, ਮਿਡਲ ਕਲਾਸ, ਲੋਅਰ ਕਲਾਸ। ਠੀਕ ਹੈ, ਤਾਂ ਬ੍ਰਾਹਮਣ ਉੱਪਰ ਨੇ, ਫਿਰ ਸੈਕਿੰਡ ਨੰਬਰ 'ਤੇ ਕਸ਼ਤਰੀ ਹੈ, ਫਿਰ ਵੈਸ਼ਯ, ਫਿਰ ਸ਼ੂਦਰ, ਐਂ ਅਪਰ ਸਭ ਤੋਂ ਉੱਪਰ ਨੇ, ਫਿਰ ਮਿਡਲ ਆਉਂਦੇ ਨੇ, ਫਿਰ ਲੋਅਰ ਆ ਜਾਂਦੇ ਨੇ। ਠੀਕ ਹੈ, ਤਾਂ ਹੋਰੀਜੋਨਟਲ ਜਿਹੜੀ ਹੈ ਉੱਪਰ ਵੱਲ ਨੂੰ ਡਿਵੀਜ਼ਨ ਜਿਹੜੀ ਹੈ ਪਾਈ ਜਾਂਦੀ ਆ। ਸਮਾਜਿਕ ਸਤਰੀਕਰਨ ਦੀਆਂ ਵਿਸ਼ੇਸ਼ਤਾਵਾਂ ਆਪਾਂ ਪਿਛਲੇ ਕੁਐਸਚਨ 'ਚ ਵੀ ਕੀਤੀਆਂ ਨੇ, ਤੁਸੀਂ ਉਹ ਵੀ ਲਿਖ ਸਕਦੇ ਹੋ। ਠੀਕ ਹੈ, ਕਿਉਂਕਿ ਆਪਾਂ ਨੇ ਸਿਰਫ ਥਿਊਰੀਜ਼ ਲਿਖਣੀਆਂ ਨੇ, ਤਾਂ ਆਪਾਂ ਨੇ 1-1.5 ਪੇਜ ਹੀ ਇਹਦਾ, 1-1.25 ਪੇਜ ਹੀ ਲਿਖਣਾ। ਤਾਂ ਸਮਾਜਿਕ ਸਤਰੀਕਰਨ ਜਿਹੜਾ ਹੈ ਸਮਾਜ ਦੇ ਵਿੱਚ ਕੋਈ ਵੀ ਜਿਹੜੀ ਸਤਰ ਹੈਗੀ ਇੱਕ ਦੂਜੇ ਤੋਂ ਅਲੱਗ ਨਹੀਂ ਰਹਿੰਦੀ, ਗੂੜੇ ਰਿਸ਼ਤੇ ਨਾਲ ਇੱਕ ਦੂਜੇ ਨਾਲ ਜੁੜੀ ਹੁੰਦੀ ਹੈ। ਹੁਣ ਆਪਾਂ ਨੇ ਡਿਫਰੈਂਸ਼ੀਏਸ਼ਨ 'ਚ ਵੀ ਕੀਤਾ ਸੀ ਕਿ ਅਲੱਗ-ਅਲੱਗ ਹੈਗੀਆਂ ਨੇ, ਪਰ ਇਹਨਾਂ ਦੇ ਵਿੱਚ ਕੀ ਹੈਗੀ ਹੈ? ਇੰਟਰਡਿਪੈਂਡੈਂਸੀ, ਇੱਕ ਦੂਜੇ ਨਾਲ ਡਿਪੈਂਡ ਹੈ। ਠੀਕ ਹੈ, ਇੱਕ ਜਿਹੜਾ ਵਰਗ ਹੈ ਉਹ ਦੂਜੇ ਨਾਲ ਜਿਹੜਾ ਹੈ ਸੰਬੰਧਿਤ ਹੈ, ਇੱਕ ਜਾਤ ਹੈਗੀ ਹੈ ਦੂਜੇ ਨਾਲ ਸੰਬੰਧਿਤ ਹੈ। ਨਿਰੰਤਰਤਾ ਜਿਹੜੀ ਹੈ ਇਹ ਪਾਈ ਜਾਂਦੀ ਹੈ, ਹਮੇਸ਼ਾ ਚੱਲਦੇ ਰਹਿੰਦੇ, ਕੰਟੀਨਿਊਸਲੀ ਚੱਲਦੇ ਰਹਿੰਦੇ ਨੇ। ਇਹ ਭਿੰਨਤਾ ਦਾ ਆਧਾਰ ਤਾਂ ਇਹਨਾਂ ਦੇ ਵਿੱਚ ਹੈ, ਲੇਕਿਨ ਉੱਚਤਾ ਨਿਮਨਤਾ ਵੀ ਪਾਈ ਜਾਂਦੀ ਆ। ਇੱਕ ਵਰਗ ਉੱਚਾ ਹੈ, ਦੂਜਾ ਵਰਗ ਨੀਵਾਂ ਹੈ। ਤਾਂ ਸਤਰੀਕਰਨ ਦੇ ਸਿਧਾਂਤ ਜਿਹੜਾ ਮੇਨ ਕੁਐਸਚਨ ਹੈ ਆਪਣਾ ਆ ਗਿਆ। ਠੀਕ ਹੈ, ਤਾਂ ਸਤਰੀਕਰਨ ਬਾਰੇ ਅਲੱਗ-ਅਲੱਗ ਵਿਗਿਆਨੀਆਂ ਨੇ, ਸਮਾਜਿਕ ਜਿਹੜੇ ਸੋਸ਼ੋਲੋਜਿਸਟ ਥਿੰਕਰ ਨੇ, ਸਮਾਜਿਕ ਚਿੰਤਕ ਨੇ, ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਸਤਰੀਕਰਨ ਦੇ ਸਿਧਾਂਤ ਦਿੱਤੇ ਨੇ ਆਪਣੇ ਆਪਣੇ ਅਕੋਰਡਿੰਗ, ਲੇਕਿਨ ਜਿਹੜੇ ਮੇਨ ਨੇ ਡੇਵਿਸ ਅਤੇ ਮੂਰ ਦੇ, ਮਾਰਕਸ ਦੇ, ਮੈਕਸ ਵੈਬਰ ਦੇ ਅਤੇ ਵਾਰਨਰ ਦੇ। ਤਾਂ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਡੇਵਿਸ ਅਤੇ ਮੂਰ ਦਾ। ਮੇਨ ਗੱਲ ਸਮਝਣੀ ਹੈ ਕਿ ਕੀ ਕਹਿ ਰਹੇ ਨੇ। ਸਮਾਜਿਕ ਸਤਰੀਕਰਨ ਦਾ ਪ੍ਰਸਿੱਧ ਸਿਧਾਂਤ ਜਿਹੜਾ ਹੈ ਅਮਰੀਕਨ ਸਮਾਜ ਵਿਗਿਆਨੀਆਂ ਡੇਵਿਸ ਅਤੇ ਮੂਰ ਇਹਨਾਂ ਨੇ ਦਿੱਤਾ।
ਇਹਨਾਂ ਨੇ ਕੀ ਲਿਖਿਆ, ਸਮ ਪ੍ਰਿੰਸੀਪਲਸ ਆਫ ਸਟ੍ਰੈਟੀਫਿਕੇਸ਼ਨ, ਇਹ ਇੱਕ ਇਹਨਾਂ ਨੇ ਸਿਧਾਂਤ ਦਿੱਤਾ ਸੀਗਾ, ਠੀਕ ਹੈ। ਆਪਣਾ ਐਸੇ ਲਿਖਿਆ ਸੀਗਾ ਇੱਕ ਸੋਸ਼ੋਲੋਜੀ ਦੇ ਵਿੱਚ ਸਤਰੀਕਰਨ ਦੇ ਉੱਤੇ, ਕੀ ਨਾਮ ਸੀ ਉਹਦਾ, ਸਮ ਪ੍ਰਿੰਸੀਪਲਸ ਆਫ ਸਟ੍ਰੈਟੀਫਿਕੇਸ਼ਨ। ਇਹਦੇ 'ਚ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਸਾਰੇ ਸਮਾਜਾਂ ਵਿੱਚ ਸਤਰੀਕਰਨ ਪਾਇਆ ਜਾਂਦਾ ਹੈ, ਇਹ ਉੱਚ ਅਤੇ ਨਿਮਨ ਵਰਗ ਵਿੱਚ ਦਿਖਾਈ ਦਿੰਦਾ ਹੈ। ਸਮਾਜਿਕ ਅਸਮਾਨਤਾ ਜੋ ਕਿ ਸਾਰੇ ਸਮਾਜਾਂ 'ਚ ਪਾਈ ਜਾਂਦੀ ਹੈ ਦੇ ਆਧਾਰ 'ਤੇ ਉਹਨਾਂ ਦਾ ਕਹਿਣਾ ਕਿ ਸਤਰੀਕਰਨ ਸਮਾਜਿਕ ਕਾਰਜਾਤਮਕ ਜ਼ਰੂਰਤ ਹੈ, ਇੱਕ ਫੰਕਸ਼ਨਲ ਨੈਸੈਸਿਟੀ ਹੈ। ਸਮਾਜ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਕੰਮ ਕਰਨ ਦੇ ਲਈ ਜ਼ਰੂਰੀ ਹੈ, ਕਾਰਜ ਕਰਨ ਲਈ ਜ਼ਰੂਰੀ ਹੈ ਕਿ ਜਿਹੜਾ ਸੋਸ਼ਲ ਸਟ੍ਰੈਟੀਫਿਕੇਸ਼ਨ ਪਾਇਆ ਜਾਵੇ। ਤਾਂ ਹਰੇਕ ਸਮਾਜ 'ਚ ਹੁੰਦੀ ਹੈ, ਇੱਕ ਸਮਾਜ 'ਚ ਨਹੀਂ ਹੁੰਦੀ। ਆਪਾਂ ਕਹੀਏ ਕਿ ਇੰਡੀਆ 'ਚ ਹੈ, ਬਾਹਰਲੀਆਂ ਕੰਟਰੀਜ਼ 'ਚ ਨਹੀਂ ਹੈ ਜਾਂ ਬਾਹਰ ਹੈ, ਇੱਥੇ ਨਹੀਂ ਹੈ, ਤਾਂ ਸਾਰੇ ਦੇਸ਼ਾਂ ਦੇ ਵਿੱਚ ਕਲਾਸਾਂ ਕਾਸਟਾਂ ਪਾਈਆਂ ਜਾਂਦੀਆਂ। ਪਰ ਜੇ ਕਾਸਟ ਦੀ ਗੱਲ ਕਰੀਏ ਤਾਂ ਕਾਸਟ ਆਪਣੇ ਇੱਥੇ ਹੀ ਪਾਈ ਜਾਂਦੀ ਹੈ, ਬਾਕੀ ਸਾਰੀ ਕੰਟਰੀ ਵਿੱਚ ਕਲਾਸ ਹੈ, ਠੀਕ ਹੈ। ਅਪਰ ਮਿਡਲ ਹੋ ਗਿਆ ਅਤੇ ਲੋਅਰ ਹੋ ਗਿਆ, ਪਰ ਭਾਰਤ 'ਚ ਜਾਤ ਵਰਗੀਕਰਨ ਦੇ ਤੌਰ 'ਤੇ ਪਾਇਆ ਜਾਂਦਾ, ਠੀਕ ਹੈ। ਉੱਚ ਅਤੇ ਨੀਵੇਂ ਵਰਗ ਅਸੀਂ ਇਸ ਦੇ ਅਕੋਰਡਿੰਗ ਅਸੀਂ ਦੱਸਦੇ ਹਾਂ, ਫਾਈਨ। ਉਸ ਤੋਂ ਬਾਅਦ 'ਚ ਹੈ ਕਿ ਸਾਰੇ ਸਮਾਜਾਂ ਦੀ ਜਿਹੜੀ ਸਮਾਜਿਕ ਵਿਵਸਥਾ ਬਣੇ ਰਹਿਣ ਦੇ ਪਿੱਛੇ, ਕਿਰਿਆਸ਼ੀਲਤਾ ਦੇ ਪਿੱਛੇ ਜਿਹੜੀ ਹੁੰਦੀ ਹੈ ਫੰਕਸ਼ਨਲ ਰਿਕੁਐਸਟ ਜਿਹੜੀਆਂ ਹੁੰਦੀਆਂ ਨੇ ਉਹ ਜ਼ਰੂਰੀ ਨੇ। ਹੁਣ ਫੰਕਸ਼ਨਲ ਤਾਂ ਹੀ ਹੋਏਗਾ ਜਦੋਂ ਇੱਕ ਵਰਗ ਦੂਜੇ 'ਤੇ ਡਿਪੈਂਡ ਹੋਏਗਾ, ਸਮਾਜਿਕ ਵਿਵਸਥਾ ਹੀ ਤਾਂ ਹੀ ਬਣੀ ਹੁੰਦੀ ਹੈ। ਹੁਣ ਦੇਖੋ ਗਰੀਬ ਲੋਕ ਹੈ ਤਾਂ ਗਰੀਬ ਮੱਧ ਵਰਗ ਤੱਕ ਆਉਂਦੇ ਨੇ ਪਹਿਲਾਂ, ਫਿਰ ਉੱਚ ਵਰਗ ਤੱਕ ਜਾਂਦੇ ਨੇ, ਹੌਲੀ ਹੌਲੀ ਜਾਂਦੇ ਨੇ, ਹੈ ਨਾ। ਤਾਂ ਜੇ ਨਿਮਨ ਵਰਗ ਹੀ ਨਹੀਂ ਹੋਏਗਾ ਤਾਂ ਕੌਣ ਉੱਪਰ ਤੱਕ ਜਾਏਗਾ? ਜੇ ਉੱਪਰਲੇ ਵਰਗ ਨਹੀਂ ਹੋਣਗੇ ਤਾਂ ਫਿਰ ਜਿਹੜੀਆਂ ਇੰਡਸਟਰੀਜ਼ ਕੌਣ ਲਗਾਏਗਾ, ਪੈਸੇ ਕੰਪਨੀਆਂ ਲਗਾ ਕੇ ਕੌਣ ਖੋਲ੍ਹੇਗਾ, ਹੈ ਨਾ। ਰੁਜ਼ਗਾਰ ਸਾਡੇ ਵਰਗੇ ਨੂੰ ਕੌਣ ਦੇਗਾ, ਮਿਡਲ ਵਰਗ ਨੂੰ ਜਾਂ ਫਿਰ ਗਰੀਬ ਵਰਗ ਨੂੰ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ, ਤਾਂ ਸਾਰੀਆਂ ਚੀਜ਼ਾਂ ਇਹ ਜ਼ਰੂਰੀਆਂ ਨੇ। ਫੰਕਸ਼ਨਲ ਨੈਸੈਸਿਟੀ ਹੈਗੀ ਹੈ, ਇੱਕ ਕਾਰਜਾਤਮਕ ਜ਼ਰੂਰਤ ਹੈ ਕਿ ਸਤਰੀਕਰਨ ਜਿਹੜਾ ਹੈ ਹੋਣਾ ਚਾਹੀਦਾ, ਕਿਉਂਕਿ ਇਹ ਜਿਹੜਾ ਹੈ ਇੱਕ ਮੁੱਢਲੀ ਜ਼ਰੂਰਤ ਵਿੱਚੋਂ ਇੱਕ ਹੈ। ਸਮਾਜ ਵਿੱਚ ਵੱਖ ਕੰਮ ਜਿਹੜੇ ਨੇ ਵੱਧ ਕੁਸ਼ਲਤਾ ਦੇ ਨਾਲ ਕੀਤੇ ਜਾਣ। ਹੁਣ ਕੁਸ਼ਲਤਾ ਦੇ ਲਈ ਸਾਰੇ ਵਿਅਕਤੀ ਤਾਂ ਸਮਾਨ ਨਹੀਂ ਹੁੰਦੇ, ਕੁਝ ਜ਼ਿਆਦਾ ਨਿਪੁੰਨ ਹੁੰਦੇ ਨੇ, ਕੁਝ ਘੱਟ ਨਿਪੁੰਨ ਹੁੰਦੇ ਨੇ, ਕੁਝ ਬਹੁਤ ਹੀ ਜ਼ਿਆਦਾ ਐਜੂਕੇਟਿਡ ਹੁੰਦੇ ਨੇ, ਕਈ ਬਹੁਤ ਘੱਟ ਹੁੰਦੇ ਨੇ। ਕਈ ਜਿਹੜਾ ਹੁਣ ਦੇਖੋ ਸਾਰੇ ਹੀ ਐਜੂਕੇਟਿਡ ਹੋ ਗਏ, ਸਾਰੇ ਹੀ ਗਵਰਨਮੈਂਟ ਜੋਬ 'ਤੇ ਲੱਗ ਗਏ, ਤਾਂ ਮਜ਼ਦੂਰਾਂ ਵਾਲਾ ਕੰਮ ਕੌਣ ਕਰੇਗਾ? ਸਾਡੇ ਘਰ ਕੌਣ ਬਣਾਏਗਾ? ਸਾਡਾ ਜਿਹੜਾ ਡੇਲੀ ਰੂਟੀਨ ਦਾ ਕੰਮ ਹੈ ਕੌਣ ਕਰੇਗਾ? ਅਸੀਂ ਸਰਵੈਂਟ ਕਿਹਨੂੰ ਰੱਖਾਂਗੇ, ਹੈ ਨਾ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫੰਕਸ਼ਨਲ ਕਰਨ ਲਈ ਸੋਸਾਇਟੀ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਸਾਰੇ ਵਿਅਕਤੀਆਂ ਦਾ ਜਿਹੜਾ ਹੈ ਸਥਾਨ ਜਿਹੜਾ ਹੈ ਉਹਨਾਂ ਦਾ ਅਲੱਗ ਨਿਰਧਾਰਿਤ ਕੀਤਾ ਜਾਂਦਾ ਹੈ, ਆਪਣੀਆਂ ਜ਼ਿੰਮੇਵਾਰੀਆਂ ਉਹ ਉਹਦੇ ਅਕੋਰਡਿੰਗ ਨਿਭਾਉਂਦੇ ਨੇ, ਠੀਕ ਹੈ। ਅਗਰ ਕੋਈ ਸਰਵੈਂਟ ਹੈ, ਸਰਵੈਂਟ ਦੀ ਜ਼ਿੰਮੇਵਾਰੀ ਨਿਭਾਏਗਾ, ਜੇ ਡਾਕਟਰ ਹੈ ਤਾਂ ਡਾਕਟਰ ਦੀ, ਮਤਲਬ ਸਟ੍ਰੈਟੀਫਿਕੇਸ਼ਨ ਪਾਇਆ ਜਾਣਾ ਬਹੁਤ ਜ਼ਰੂਰੀ ਹੈ। ਫੰਕਸ਼ਨਲ ਰਿਕੁਐਸਟ ਹੈ, ਕਾਰਜਾਤਮਕ ਲੋੜ ਹੈ। ਮੂਰਸ ਅਤੇ ਡੇਵਿਸ ਕਹਿ ਰਹੇ ਨੇ, ਕਹਿੰਦੇ ਜੇ ਲੋਕ ਅਤੇ ਸਥਿਤੀਆਂ ਜਿਨ੍ਹਾਂ ਤੋਂ ਮਿਲ ਕੇ ਸਮਾਜ ਬਣਦਾ ਹੈ ਮਹੱਤਵਪੂਰਨ ਪੱਖਾਂ ਦੇ ਵਿੱਚ ਭਿੰਨ ਨਾ ਹੁੰਦੇ ਤਾਂ ਸਤਰੀਕਰਨ ਦੀ ਤਾਂ ਲੋੜ ਹੀ ਨਹੀਂ ਹੁੰਦੀ। ਜੇ ਮਤਲਬ ਇਹ ਅਲੱਗ-ਅਲੱਗ ਨਾ ਹੁੰਦੇ, ਜਿਹੜੇ ਆਪਾਂ ਸਾਰੇ ਜਣੇ ਆ ਸਮਾਜ ਦੇ ਵਿੱਚ ਲੋਕ ਸਾਰੇ ਅਲੱਗ-ਅਲੱਗ ਹੈ, ਅਗਰ ਇਹ ਅਲੱਗ-ਅਲੱਗ ਨਾ ਹੁੰਦੇ ਤਾਂ ਸਤਰੀਕਰਨ ਦੀ ਲੋੜ ਨਾ ਹੁੰਦੀ। ਸਭ ਲੋਕਾਂ ਨੂੰ ਜਨਮ ਤੋਂ ਇੱਕੋ ਜਿਹੀ ਕਲਾ ਪ੍ਰਾਪਤ ਨਹੀਂ ਹੁੰਦੀ, ਸਾਰੇ ਅਲੱਗ-ਅਲੱਗ ਹੁੰਦੇ ਆ, ਉਹਨਾਂ ਦੀ ਕਾਰਜ ਕੁਸ਼ਲਤਾ ਵੀ ਅਲੱਗ-ਅਲੱਗ ਹੁੰਦੀ ਹੈ। ਕੋਈ ਜ਼ਿਆਦਾ ਕੁਸ਼ਲ ਹੁੰਦਾ, ਜ਼ਿਆਦਾ ਨਿਪੁੰਨ ਸਕਿਲਡ ਹੁੰਦਾ, ਠੀਕ ਹੈ। ਤੁਸੀਂ ਦੇਖੋ ਇੱਕ ਕਲਾਸ 'ਚ ਬੱਚੇ ਪੜ੍ਹਾਉਣੇ, ਕੁਝ ਜ਼ਿਆਦਾ ਹੁਸ਼ਿਆਰ ਨੇ, ਕੁਝ ਜਿਹੜੇ ਨੇ ਬਿਲਕੁਲ ਹੀ ਐਵਰੇਜ ਨੇ, ਕੁਝ ਜਮਾ ਹੀ ਉਹਨਾਂ ਨੂੰ ਜ਼ੀਰੋ ਤੋਂ ਸਿਖਾਉਣਾ ਪੈਂਦਾ, ਬਾਰ ਸਿਖਾਉਣਾ ਪੈਂਦਾ, ਕੁਝ ਇੱਕ ਵਾਰ 'ਚ ਸਮਝ ਆਉਂਦੇ ਨੇ। ਤਾਂ ਕਹਿਣ ਦਾ ਮਤਲਬ ਕੀ ਹੈ, ਅਤੇ ਅਸੀਂ ਜਿਹੜਾ ਹੈ ਸਭ ਤੋਂ, ਜੇ ਆਪਾਂ ਕਹੀਏ ਵੀ ਮੋਨੀਟਰ ਬਣਾ ਦਈਏ ਸਭ ਤੋਂ ਲੋਅ ਬੱਚੇ ਨੂੰ, ਤਾਂ ਆਪਾਂ ਇੱਦਾਂ ਨਹੀਂ ਕਰ ਸਕਦੇ। ਤਾਂ ਸਤਰੀਕਰਨ ਇਹੀ ਚੀਜ਼ ਹੈ ਕਿ ਕਈਆਂ ਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਨਿਪੁੰਨ ਹੁੰਦੇ ਨੇ, ਕਈ ਜਿਹੜੇ ਹੈਗੇ ਬਿਲਕੁਲ ਨਿਪੁੰਨ ਨਹੀਂ ਹੁੰਦੇ। ਇਸ ਲਈ ਸਮਾਜ ਦੀਆਂ ਸਥਿਤੀਆਂ ਵਿੱਚ ਵੱਖ ਕੰਮ ਕਰਨ ਲਈ ਵੱਖ ਲੋਕਾਂ ਦੀ ਕਾਰਜਕੁਸ਼ਲਤਾ ਦੀ ਲੋੜ ਹੁੰਦੀ ਹੈ। ਹਰ ਸਮਾਜ ਵਿੱਚ ਲੋਕਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਜਿਹੜੇ ਯੋਗ ਹੋਣ, ਠੀਕ ਹੈ। ਇਸ ਕਰਕੇ ਜਿਹੜਾ ਹੈ ਯੋਗ ਲੋਕਾਂ ਦੀ ਜਿਹੜੀ ਹੈਗੀ ਆ ਘਾਟ ਹੁੰਦੀ ਹੈ। ਸੋ ਉਹਨਾਂ ਨੂੰ ਸਿਖਲਾਈ ਦੇ ਕੇ ਕੰਮਾਂ 'ਤੇ ਜਿਹੜਾ ਹੈ ਲਗਾਇਆ ਜਾਂਦਾ ਹੈ ਅਤੇ ਫਿਰ ਜਿਹੜਾ ਹੈ ਮਹੱਤਵਪੂਰਨ ਪਦ ਦਿੱਤੇ ਜਾਂਦੇ ਨੇ। ਹੁਣ ਤੁਸੀਂ ਦੇਖੋ ਡਾਕਟਰ 100 ਦੇ ਵਿੱਚੋਂ ਦੋ ਲੋਕ ਹੀ ਡਾਕਟਰ ਬਣਦੇ, ਸਾਰੇ ਤਾਂ ਨਹੀਂ ਬਣਦੇ, ਠੀਕ ਹੈ। ਕੁਝ ਸਾਡੇ ਵਰਗੇ ਟੀਚਰ ਵੀ ਬਣ ਜਾਂਦੇ ਆ, ਪ੍ਰੋਫੈਸਰ ਮੇਰੇ ਵਰਗੇ ਬਣ ਜਾਂਦੇ ਆ। ਤਾਂ ਇੱਦਾਂ ਜਿਹੜੀਆਂ ਹੈ ਚੀਜ਼ਾਂ ਚੱਲਦੀਆਂ ਰਹਿੰਦੀਆਂ। ਤਾਂ ਇਹ ਚੀਜ਼ ਜਿਹੜੀ ਹੈਗੀ ਮੇਨ ਹੈ ਕਿ ਸਤਰੀਕਰਨ ਜਿਹੜੀ ਹੈਗੀ ਹੈ ਫੰਕਸ਼ਨਲ ਨੈਸੈਸਿਟੀ ਹੈਗੀ ਹੈ, ਕਾਰਜਾਤਮਕ ਲੋੜ ਹੈਗੀ ਹੈ, ਜਿਹੜੀ ਸਮਾਜ ਦੇ ਵਿੱਚ ਜ਼ਰੂਰੀ ਹੈ, ਅਤੇ ਹਰੇਕ ਜਿਹੜਾ ਹੈ ਵਿਅਕਤੀ ਸਮਾਜ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਇਸ ਦੇ ਅਕੋਰਡਿੰਗ ਹੀ ਜਿਹੜਾ ਹੈ ਉਹਨਾਂ ਦਾ ਸਥਾਨ ਨਿਰਧਾਰਿਤ ਕੀਤਾ ਜਾਂਦਾ ਕਿ ਉਹ ਕੀ ਕੰਮ ਕਰਨਗੇ, ਠੀਕ ਹੈ। ਸੋ ਇਸ ਸੰਬੰਧੀ ਇਹ ਵੀ ਗੱਲ ਜ਼ਰੂਰੀ ਹੈ ਕਿ ਜੋ ਸਥਿਤੀਆਂ ਇੱਕ ਸਮਾਜ ਲਈ ਮਹੱਤਵਪੂਰਨ ਹੁੰਦੀਆਂ ਨੇ ਜ਼ਰੂਰੀ ਨਹੀਂ ਦੂਜੇ ਸਮਾਜਾਂ ਦੇ ਵਿੱਚ ਵੀ ਸੇਮ ਹੋਣ। ਹਰੇਕ ਸਮਾਜ ਦੀ ਅੰਦਰਲੀ ਬਾਹਰਲੀ ਦਸ਼ਾ ਜਿਹੜੀ ਹੁੰਦੀ ਹੈ ਅਲੱਗ ਹੁੰਦੀ ਹੈ, ਠੀਕ ਹੈ। ਫਿਰ ਇਹਨਾਂ ਨੇ ਕਿਹਾ ਕਿ ਅੰਦਰਲੀਆਂ ਦਿਸ਼ਾਵਾਂ ਵੀ ਹੁੰਦੀਆਂ, ਬਾਹਰਲੀਆਂ ਵੀ ਹੁੰਦੀਆਂ।
ਕਾਰਜਾਤਮਕ ਮਹੱਤਵ ਵਾਲੇ ਅਤੇ ਢੁਕਵੇਂ ਵਿਅਕਤੀਆਂ ਦੀ ਘਾਟ ਇੱਕ ਜਾਂ ਦੋ ਮੌਲਿਕ ਕਾਰਨ ਹੁੰਦੇ ਨੇ ਕਿ ਜਿਨ੍ਹਾਂ ਦੇ ਕਰਕੇ ਸਮਾਜ ਵਿੱਚ ਵਿਭਿੰਨ ਸਥਿਤੀਆਂ ਦੀ ਉੱਚਤਾ ਨਿਮਨਤਾ ਦਾ ਕਰਮ ਨਿਰਧਾਰਤ ਹੁੰਦਾ ਹੈ। ਜੇਕਰ ਕਿਸੇ ਸਥਿਤੀ ਲਈ ਕੋਈ ਯੋਗ ਵਿਅਕਤੀ ਆਸਾਨੀ ਨਾਲ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਅਧਿਕ ਮਹੱਤਵਪੂਰਨ ਹੋ ਜਾਂਦਾ ਹੈ ਅਤੇ ਉਸਨੂੰ ਅਧਿਕ ਪੁਰਸਕਾਰ ਜਿਹੜਾ ਹੈ ਨਿਰਧਾਰਿਤ ਨਹੀਂ ਕੀਤਾ ਜਾਂਦਾ। ਦੂਜੇ ਸ਼ਬਦਾਂ ਵਿੱਚ ਵਿਅਕਤੀਆਂ ਨੂੰ ਉਹਨਾਂ ਦੇ ਕਾਰਜਾਤਮਕ ਮਹੱਤਵ ਦੇ ਅਨੁਸਾਰ ਪ੍ਰਤੀਫਲ ਨਹੀਂ ਮਿਲਦਾ। ਵਾਸਤਵ 'ਚ ਦੇਖਿਆ ਜਾਂਦਾ ਕਿ ਇੱਕ ਸਥਾਨ ਦੀ ਪੂਰਤੀ ਕਿੰਨੀ ਆਸਾਨੀ ਜਾਂ ਕਠਿਨਾਈ ਨਾਲ ਕੀਤੀ ਜਾਂਦੀ ਹੈ। ਹੁਣ ਦੇਖੋ, ਜੇ ਤਾਂ ਆਪਾਂ ਨੂੰ ਡਾਕਟਰ ਬਹੁਤ ਈਜ਼ੀਲੀ ਫਿਜ਼ੀਸ਼ੀਅਨ ਆਪਾਂ ਨੂੰ ਮਿਲ ਰਿਹਾ, ਫਿਰ ਤਾਂ ਉਹਦੀ ਵਿਚਾਰ ਦੀ ਸੈਲਰੀ ਠੀਕ ਠਾਕ ਹੋਏਗੀ ਕਿ ਬਹੁਤ ਸਾਰੀ ਕੰਪੀਟੀਸ਼ਨ ਸੀ ਅਤੇ ਅਸੀਂ ਇਸ ਨੂੰ ਜਿਹੜਾ ਹੈ ਚੁਣ ਲਿਆ। ਲੇਕਿਨ ਅਗਰ ਆਪਾਂ ਨੂੰ ਡਾਕਟਰ ਨਹੀਂ ਮਿਲ ਰਿਹਾ, ਮਸੋਂ ਜਿਹੜਾ ਹੈ ਟੀਚਰ ਮਿਲਿਆ ਜਾਂ ਫਿਰ ਸਾਨੂੰ ਡਾਕਟਰ ਮਿਲਿਆ ਹੈ, ਤਾਂ ਅਸੀਂ ਉਸ ਨੂੰ ਜਿਹੜਾ ਹੈ ਉਹਦੇ ਮੂੰਹ ਮੰਗੀ ਜਿਹੜੀ ਹੈ ਕੀਮਤ ਦਿੰਦੇ ਹਾਂ। ਫੋਰ ਐਗਜ਼ਾਮਪਲ, ਮੈਂ ਸਕੂਲ ਦੇ ਵਿੱਚ ਕਿਸੇ 'ਚ ਨੀਡ ਸੀ ਤਾਂ 2 ਲੈਕਚਰਸ ਲਈ ਹੈ ਨਾ, ਤਾਂ ਉਹਨਾਂ ਨੇ ਮੈਨੂੰ ਮੂੰਹ ਮੰਗੀ ਕੀਮਤ ਦਿੱਤੀ ਹੈ ਕਿ ਸਾਨੂੰ ਸੋਸ਼ੋਲੋਜੀ ਦਾ ਟੀਚਰ ਨਹੀਂ ਮਿਲ ਰਿਹਾ, ਤੁਸੀਂ ਆ ਕੇ ਪੜ੍ਹਾਓ। ਠੀਕ ਹੈ, ਤਾਂ ਕਿਉਂਕਿ ਫਿਰ ਹਾਈ ਡਿਮਾਂਡ ਹੋ ਜਾਂਦੀ ਹੈ, ਡਿਮਾਂਡ ਹਾਈ ਹੈ ਲੇਕਿਨ ਕੈਂਡੀਡੇਟ ਹੀ ਨਹੀਂ ਹੈ। ਸੋ ਇਹ ਚੀਜ਼ ਜਿਹੜੀ ਹੈਗੀ ਹੈ ਮੇਨ ਹੁੰਦੀ ਹੈ। ਤਾਂ ਕਿੰਨੀ ਆਸਾਨੀ ਕਿੰਨੀ ਕਠਿਨਾਈ ਨਾਲ ਇੱਕ ਸਥਾਨ ਦੀ ਪੂਰਤੀ ਕੀਤੀ ਜਾਂਦੀ ਹੈ। ਫਾਈਨ। ਸੋ ਬਾਹਰੀ ਦਿਸ਼ਾਵਾਂ ਕੀ ਹੁੰਦੀਆਂ ਨੇ? ਬਾਹਰੀ ਤੌਰ ਦੇ ਉੱਤੇ ਜਿਹੜਾ ਵਿਸ਼ੇਸ਼ੀਕਰਨ ਕੀ ਹੁੰਦਾ? ਵਿਸ਼ੇਸ਼ੀਕਰਨ ਵਧਣ ਦੇ ਫਲਸਰੂਪ ਸਮਾਜਿਕ ਗਤੀਸ਼ੀਲਤਾ ਵਿੱਚ ਵਾਧਾ ਹੁੰਦਾ, ਸੰਗਠਨ ਦੇ ਵਿੱਚ ਕਮੀ ਆਉਂਦੀ ਹੈ, ਵਿਭਿੰਨ ਸਮਾਜਿਕ ਸਥਿਤੀਆਂ ਦੇ ਕਾਰਜਾਤਮਕ ਮਹੱਤਵ ਵਿੱਚ ਵੀ ਪਰਿਵਰਤਨ ਹੁੰਦਾ ਅਤੇ ਇਹ ਵਿਸ਼ੇਸ਼ੀਕਰਨ ਸੀਮਤ ਰਹਿੰਦਾ, ਮਤਲਬ ਕੋਈ ਹੀ ਵਿਸ਼ੇਸ਼ ਹੁੰਦਾ ਇਹਦੇ ਵਿੱਚ, ਤਕਰੀਬਨ ਸਾਰੇ ਵਿਸ਼ੇਸ਼ ਨਹੀਂ ਹੁੰਦੇ। ਹੁਣ ਮਾਰਕਸ ਕੀ ਕਹਿ ਰਹੇ ਨੇ? ਮਾਰਕਸਵਾਦੀ ਸਿਧਾਂਤ। ਸਮਾਜਿਕ ਸਤਰੀਕਰਨ ਦਾ ਮਾਰਕਸਵਾਦੀ ਸਿਧਾਂਤ 19ਵੀਂ ਸਦੀ ਵਿੱਚ ਚੱਲ ਰਹੇ ਰਾਜਨੀਤਿਕ ਅਤੇ ਸਮਾਜਿਕ ਸੰਘਰਸ਼ਾਂ ਦਾ ਪ੍ਰਤੀਕ ਸੀ। ਇਹ ਕੇਵਲ ਆਰਥਿਕ ਕਾਰਕ ਨੂੰ ਹੀ ਸਮਾਜਿਕ ਸਤਰੀਕਰਨ ਦਾ ਆਧਾਰ ਮੰਨਦਾ ਹੈ। ਹੁਣ ਦੇਖੋ, ਕਾਰਲ ਮਾਰਕਸ ਦਾ ਸਿਧਾਂਤ ਸਿਰਫ ਔਰ ਸਿਰਫ ਇਕਨੋਮਿਕ ਬੇਸਡ ਦੇ ਉੱਤੇ ਹੈ। ਪਿਛਲੇ ਵਾਲਾ ਕੀ ਸੀ ਕਿ ਸਮਾਜ ਨੂੰ ਚੱਲਣ ਲਈ, ਕਾਰਜਾਤਮਕ ਤੌਰ 'ਤੇ ਚੱਲਣ ਲਈ ਜਿਹੜਾ ਹੈ ਲੋੜੀਂਦਾ ਹੁੰਦਾ ਸਤਰੀਕਰਨ, ਪਰ ਮਾਰਕਸ ਕਹਿੰਦੇ ਨੇ ਆਰਥਿਕ ਕਾਰਕ ਹੀ ਸਮਾਜਿਕ ਸਤਰੀਕਰਨ ਲੈ ਕੇ ਆਉਂਦਾ। ਇੱਕ ਪਾਸੇ ਕੀ ਨੇ? ਬੁਰਜੁਆਜ਼, ਇੱਕ ਪਾਸੇ ਕੀ ਨੇ? ਪ੍ਰੋਲਤਾਰੀਅਤ। ਬੁਰਜੁਆਜ਼ ਮੀਨਸ ਕੈਪੀਟਲਿਸਟ, ਠੀਕ ਹੈ, ਜਿਨ੍ਹਾਂ ਕੋਲੇ ਪੂਰੇ ਰਿਸੋਰਸਿਸ ਹੈਗੇ ਨੇ, ਜਿਹੜੇ ਅਮੀਰ ਨੇ। ਹੁਣ ਹੈ ਪ੍ਰੋਲਤਾਰੀਅਤ, ਇਹ ਨੇ ਕੈਪੀਟਲਲੈਸ ਪੀਪਲ, ਜਿਨ੍ਹਾਂ ਕੋਲੇ ਰਿਸੋਰਸਿਸ ਹੈ ਨਹੀਂ, ਅਤੇ ਇਹ ਵੇਜਰ ਦਾ ਕੰਮ ਕਰਦੇ ਨੇ, ਵਰਕਰਸ ਦਾ ਕੰਮ ਕਰਦੇ ਨੇ, ਲੇਬਰਰ ਦਾ ਕੰਮ ਕਰਦੇ ਨੇ। ਤਾਂ ਕਾਰਲ ਮਾਰਕਸ ਕਹਿ ਰਿਹਾ, ਕਹਿੰਦਾ ਇਹ ਜਿਹੜਾ ਹੈ ਸਤਰੀਕਰਨ ਪਾਇਆ ਜਾਂਦਾ ਸਮਾਜ ਦੇ ਵਿੱਚ, ਜਿਹੜੇ ਕਿ ਹੁਣ ਸਮਾਜ ਹੈ, ਇੱਕ ਪਾਸੇ ਜਿਨ੍ਹਾਂ ਕੋਲੇ ਰਿਸੋਰਸਿਸ ਹੈਗੇ, ਇੱਕ ਪਾਸੇ ਜਿਨ੍ਹਾਂ ਕੋਲੇ ਰਿਸੋਰਸਿਸ ਹੈ ਨਹੀਂ, ਤਾਂ ਕਹਿੰਦੇ ਇਹ ਸਤਰੀਕਰਨ ਸਮਾਜ 'ਚ ਪਾਇਆ ਜਾਂਦਾ। ਅਤੇ ਇਹ ਜਿਹੜਾ ਹੈ ਸਿਧਾਂਤ ਕਿਰਤ ਵੰਡ ਸੰਬੰਧੀ ਸਿਧਾਂਤਾਂ ਦੇ ਉੱਤੇ ਆਧਾਰਿਤ ਹੈ, ਡਿਵੀਜ਼ਨ ਆਫ ਲੇਬਰ ਦੇ ਉੱਤੇ ਆਧਾਰਿਤ ਹੈ। ਤਾਂ ਉਸਨੇ ਕਿਹਾ ਕਿ ਲੇਬਰ ਵੀ 2 ਤਰ੍ਹਾਂ ਦੀ ਹੁੰਦੀ ਹੈ, ਸਰੀਰਕ ਅਤੇ ਬੌਧਿਕ। ਸਰੀਰਕ ਜਿਹੜੇ ਵੇਜਰਸ ਕੰਮ ਕਰਦੇ ਨੇ, ਲੇਬਰਰਸ ਕੰਮ ਕਰਦੇ ਨੇ, ਬੌਧਿਕ ਜਿਹੜੇ ਇੰਟੈਲੈਕਚੁਅਲ ਪੀਪਲ ਹੁੰਦੇ ਨੇ। ਤਾਂ ਕਹਿੰਦੇ ਏਜ ਦੇ ਆਧਾਰ ਦੇ ਉੱਤੇ, ਲੇਬਰ ਦੇ ਆਧਾਰ ਦੇ ਉੱਤੇ ਵੀ ਸਮਾਜਿਕ ਵਰਗ ਬਣਦੇ ਨੇ। ਠੀਕ ਹੈ, ਤਾਂ ਉਹ ਸੋਸ਼ਲ ਜਿਹੜੇ ਕਲਾਸਿਸ ਨੇ ਉਹਨਾਂ ਦੇ ਅਕੋਰਡਿੰਗ ਗੱਲ ਕਰਦਾ ਹੈ, ਅਤੇ ਇੱਕ ਪਾਸੇ ਉਹ ਕਹਿੰਦਾ ਕਿ ਇੱਕ ਪਾਸੇ ਹੁੰਦੇ ਨੇ ਉਤਪਾਦਨ ਦੇ ਸਾਧਨਾਂ 'ਤੇ ਜਿਨ੍ਹਾਂ ਦੀ ਮਲਕੀਅਤ ਹੁੰਦੀ ਹੈ, ਯਾਨੀ ਕਿ ਬੁਰਜੂਆ ਲੋਕ, ਠੀਕ ਹੈ, ਪੂੰਜੀਪਤੀ ਲੋਕ, ਕੈਪੀਟਲਿਸਟ ਪੀਪਲ, ਠੀਕ ਹੈ, ਇਹ ਬੁਰਜੁਆਜ਼ ਨੇ। ਦੂਜੇ ਪਾਸੇ ਕਿਹੜੇ ਵਰਗ ਨੇ? ਜਿਨ੍ਹਾਂ ਦਾ ਸਾਧਨਾਂ 'ਤੇ ਅਧਿਕਾਰ ਨਹੀਂ ਹੁੰਦਾ, ਪ੍ਰੋਲਤਾਰੀਅਤ, ਠੀਕ ਹੈ, ਅਤੇ ਇਹ ਕੀ ਨੇ? ਪੂੰਜੀਹੀਨ ਲੋਕ ਨੇ। ਤਾਂ ਇੱਦਾਂ ਜਿਹੜੀ ਹੈਗੀ ਸਮਾਜ ਦੇ ਵਿੱਚ ਵਰਗੀਕਰਨ ਪਾਇਆ ਜਾਂਦਾ ਹੈ, ਅਤੇ ਦੋਨੋਂ ਇੱਕ ਦੂਜੇ 'ਤੇ ਡਿਪੈਂਡ ਹੁੰਦੇ ਨੇ। ਠੀਕ ਹੈ, ਜਿਹੜੇ ਮਾਸਟਰਸ ਹੁੰਦੇ ਨੇ ਉਹ ਵਰਕਰਸ 'ਤੇ ਡਿਪੈਂਡ ਹੁੰਦੇ ਨੇ, ਵਰਕਰਸ ਆਪਣੇ ਰੋਜੀ ਰੋਟੀ ਕਮਾਉਣ ਲਈ ਮਾਸਟਰਸ ਦੇ ਉੱਤੇ, ਕੰਪਨੀਆਂ ਦੇ ਮਾਲਕਾਂ ਦੇ ਉੱਤੇ, ਫੈਕਟਰੀਆਂ ਦੇ ਮਾਲਕਾਂ ਦੇ ਉੱਤੇ ਡਿਪੈਂਡ ਹੁੰਦੇ ਆ। ਅਤੇ ਜਿਹੜੇ ਕੈਪੀਟਲਿਸਟ ਪੀਪਲ ਹੁੰਦੇ ਨੇ, ਜਿਨ੍ਹਾਂ ਕੋਲੇ ਪੂੰਜੀਆਂ ਨੇ, ਉਹ ਕੀ ਕਰਦੇ ਨੇ? ਦੂਜਿਆਂ ਦਾ ਸ਼ੋਸ਼ਣ ਕਰਦੇ ਨੇ, ਅਤੇ ਜਿਹੜੇ ਸ਼ੋਸ਼ਿਤ ਹੋ ਰਹੇ ਨੇ ਪਹਿਲਾਂ ਤਾਂ ਚੁੱਪ ਕਰਕੇ ਸਹਿੰਦੇ ਨੇ, ਉਸ ਤੋਂ ਬਾਅਦ 'ਚ ਕੀ ਕਰਦੇ ਨੇ? ਹੜਤਾਲ ਕਰਦੇ ਨੇ, ਸਟ੍ਰਾਈਕਸ ਕਰਦੇ ਨੇ, ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਨੇ। ਤਾਂ ਦੋਨਾਂ ਦਾ ਸੰਘਰਸ਼ ਪੂੰਜੀਪਤੀ ਪੂੰਜੀਹੀਨ ਦਾ ਚੱਲਦਾ ਰਹਿੰਦਾ, ਬੁਰਜੂਆ ਅਤੇ ਪ੍ਰੋਲਤਾਰੀਅਤ ਦਾ ਜਿਹੜਾ ਹੈ ਸੰਘਰਸ਼ ਚੱਲਦਾ ਰਹਿੰਦਾ। ਤਾਂ ਮਾਰਕਸ ਕਹਿੰਦੇ ਨੇ ਕਿ ਸਮਾਜਿਕ ਸਤਰੀਕਰਨ ਦੀ ਵਿਵਸਥਾ ਦੀ ਹੋਂਦ ਜਿਹੜੀ ਹੈਗੀ ਹੈ, ਇਸ ਵਿੱਚ ਆਉਣ ਦਾ ਪ੍ਰਮੁੱਖ ਸੋਮਾ ਕੀ ਹੈਗਾ? ਸੰਪਤੀ ਦੀ ਅਸਮਾਨ ਵੰਡ। ਜਿਹੜੀ ਸੰਪਤੀ ਹੈ ਉਹ ਅਸਮਾਨ ਵੰਡੀ ਹੋਈ ਹੈ, ਕਿਸੇ ਕੋਲ ਜ਼ਿਆਦਾ ਰਿਸੋਰਸਿਸ ਹੈ, ਕਿਸੇ ਕੋਲੇ ਘੱਟ ਹੈ। ਇਨਈਕੁਅਲ ਜਿਹੜੀ ਹੈਗੀ ਆ, ਇਨਈਕੁਅਲ ਡਿਮਾਂਡ ਜਿਹੜੀ ਹੈਗੀ ਆ ਵੰਡ ਹੁੰਦੀ ਹੈ। ਤਾਂ ਇਸਨੇ ਜਿਹੜੀ ਹੈ ਮੋਡ ਆਫ ਪ੍ਰੋਡਕਸ਼ਨ ਦੀ ਵੀ ਗੱਲ ਕੀਤੀ ਹੈ ਕਿ ਮੋਡ ਆਫ ਪ੍ਰੋਡਕਸ਼ਨ ਦੇ ਉੱਤੇ ਨਿਰਭਰ ਕਰਦੀ ਹੈ, ਕਿ ਉਤਪਾਦਨ ਦਾ ਢੰਗ ਤਕਨੋਲੋਜੀ ਦਾ ਪੱਧਰ ਦੇ ਉੱਤੇ ਵੀ ਨਿਰਭਰ ਹੁੰਦਾ ਹੈ। ਅਤੇ ਕਲਾਸ ਜਿਹੜੀ ਹੈਗੀ ਆ ਪਾਈ ਜਾਂਦੀ ਹੈ, ਕਲਾਸ ਕਿਹੜੀ ਹੈਗੀ ਆ? ਇੱਕ ਪਾਸੇ ਪੂੰਜੀਪਤੀ, ਠੀਕ ਹੈ, ਇੱਕ ਪਾਸੇ ਪੂੰਜੀਹੀਨ ਲੋਕ ਨੇ। ਪੂੰਜੀਪਤੀ ਜਿਨ੍ਹਾਂ ਕੋਲ ਰਿਸੋਰਸਿਸ ਹੈ, ਅਤੇ ਪੂੰਜੀਹੀਨ ਜਿਨ੍ਹਾਂ ਕੋਲ ਰਿਸੋਰਸਿਸ ਨਹੀਂ ਹੈ, ਇਹ ਵਰਕਰਸ ਨੇ ਅਤੇ ਇਹ ਮਾਸਟਰਸ ਨੇ। ਦੋਨੋਂ ਇੱਕ ਦੂਜੇ 'ਤੇ ਡਿਪੈਂਡ ਹੁੰਦੇ ਹਨ, ਲੇਕਿਨ
ਪੂੰਜੀਪਤੀ ਨੂੰ ਜ਼ਿਆਦਾ ਲਾਭ ਹੁੰਦਾ ਹੈ। ਅਤੇ ਇਨਈਕੁਅਲ ਜਿਹੜੀ ਹੈਗੀ ਹੈ ਕਹਿੰਦੇ ਇਨਇਕੁਐਲਿਟੀ ਪਾਈ ਜਾਂਦੀ ਹੈ, ਅਨਈਕੁਅਲ ਡਿਸਟਰੀਬਿਊਸ਼ਨ ਆਫ ਲੈਂਡ ਐਂਡ ਰਿਸੋਰਸਿਸ ਹੁੰਦੇ ਆ। ਸੋ ਇਸ ਲਈ ਜਿਹੜਾ ਹੈਗਾ ਉਦਾਹਰਣ ਵਜੋਂ ਜਾਗੀਰਦਾਰੀ ਯੁੱਗ ਦੇ ਵਿੱਚ ਵੀ ਲੈਂਡ ਜਿਹੜੀ ਸੀਗੀ, ਜਿਨ੍ਹਾਂ ਕੋਲੇ ਜ਼ਿਆਦਾ ਲੈਂਡ ਨੇ ਉਹ ਜਾਗੀਰਦਾਰ ਹੋ ਗਏ, ਅਤੇ ਜਾਗੀਰਦਾਰ ਜਿਨ੍ਹਾਂ ਕੋਲੇ ਜਿਹੜੇ ਸੀ ਭੂਮੀ ਦਾ ਅਧਿਕਾਰ ਹੁੰਦਾ ਸੀ। ਇੱਕ ਪਾਸੇ ਸੀਗੇ ਜਿਹੜੇ ਭੂਮੀਹੀਨ ਲੋਕ, ਯਾਨੀ ਕਿ ਸਰਵਸ, ਜਿਹੜੇ ਕਿ ਜਿਨ੍ਹਾਂ ਕੋਲ ਭੂਮੀ ਨਹੀਂ ਸੀ ਅਤੇ ਉਹ ਕੀ ਕਰਦੇ ਸੀ, ਵਰਕਰਸ ਦਾ ਕੰਮ ਕਰਦੇ ਸੀਗੇ ਅਤੇ ਰੋਜੀ ਰੋਟੀ ਆਪਣੀ ਕਮਾਉਂਦੇ ਸੀਗੇ। ਅਤੇ ਬੁਰਜੂਆ ਅਤੇ ਪ੍ਰੋਲੇਟਾਰੀਏਟ ਦੀ ਵੀ ਇਸਨੇ ਗੱਲ ਕੀਤੀ ਹੈ। ਠੀਕ ਹੈ, ਮੈਂ ਸਾਰਾ ਦੱਸਦਾ, ਬਾਰ-ਬਾਰ ਉਹੀ ਲਾਈਨਾਂ ਰਿਪੀਟ ਕਰੀ ਜਾਂਦੇ ਨੇ। ਫਾਈਨ। ਉਸ ਤੋਂ ਬਾਅਦ 'ਚ ਹੈ ਉਸ ਤੋਂ ਬਾਅਦ 'ਚ ਇਹ ਕਹਿੰਦਾ ਕਿ ਵਰਗਾਂ ਦੇ ਵਿਚਕਾਰ ਜਿਹੜਾ ਹੈ ਸੰਬੰਧਾਂ ਦਾ ਸਰੂਪ। ਹੁਣ ਹੁਣੇ ਕਹਿ ਕੇ ਹਟੀਆਂ ਕਿ ਇਹ ਦੋਨੋਂ ਵਰਗ ਬੁਰਜੂਆ ਅਤੇ ਪ੍ਰੋਲੇਟਾਰੀਏਟ, ਯਾਨੀ ਕਿ ਪੂੰਜੀਪਤੀ ਪੂੰਜੀਹੀਨ, ਦੋਨੋਂ ਇੱਕ ਦੂਜੇ 'ਤੇ ਡਿਪੈਂਡ ਨੇ। ਮਜ਼ਦੂਰ ਵਰਗ ਦੀ ਉਤਪਾਦਨ ਦੀਆਂ ਸ਼ਕਤੀਆਂ ਦੇ ਉੱਤੇ ਮਾਲਕੀ ਨਹੀਂ ਹੈ। ਓਨਰਸ਼ਿਪ ਕੌਣ ਕਰਦਾ ਹੈਗਾ? ਮਾਲਕ। ਠੀਕ ਹੈ, ਅਤੇ ਜਿਹੜੇ ਵਰਕਰਸ ਲੋਕ ਹੁੰਦੇ ਨੇ, ਨਾ ਤਾਂ ਉਹ ਮਾਲਕ ਨੇ, ਨਾ ਹੀ ਉਹ ਕਿਸੇ ਚੀਜ਼ ਨੂੰ ਕੰਟਰੋਲ ਕਰ ਪਾਉਂਦੇ ਨੇ, ਸਿਰਫ ਆਪਣੀ ਲਾਈਵਲੀਹੁੱਡ ਕਮਾਉਂਦੇ ਨੇ। ਉਹਨਾਂ ਕੋਲੇ ਸੁਤੰਤਰ ਤੌਰ ਦੇ ਉੱਤੇ ਜਿਹੜਾ ਹੈ ਉਤਪਾਦਨ ਦੇ ਸਾਧਨ ਨਹੀਂ ਹੁੰਦੇ, ਸਿਰਫ ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ, ਆਪਣੇ ਟੱਬਰ ਨੂੰ ਜਿਉਂਦਾ ਰੱਖਣ ਲਈ ਪੂੰਜੀਪਤੀਆਂ ਦੇ ਉੱਤੇ ਨਿਰਭਰ ਹੁੰਦੇ ਨੇ। ਹੁਣ ਦੇਖੋ, ਪੂੰਜੀਪਤੀ ਕੌਣ ਨੇ? ਜਿਨ੍ਹਾਂ ਕੋਲੇ ਉਤਪਾਦਨ ਸ਼ਕਤੀਆਂ, ਪੂਰਾ ਕੰਟਰੋਲ ਹੈ, ਪੂਰੀ ਮਲਕੀਅਤ ਹੈਗੀ ਹੈ, ਅਤੇ ਉਹ ਕੀ ਕਰਦੇ ਨੇ, ਜਿਹੜੇ ਲੇਬਰਰਸ ਹੁੰਦੇ ਨੇ ਉਹਨਾਂ ਨੂੰ ਆਪਣੀ ਜਿਹੜੀ ਹੈਗੀ ਹੈ ਲੇਬਰ ਵੇਚਦੇ ਨੇ, ਹੈ ਨਾ। ਅਤੇ ਪੂੰਜੀਪਤੀ ਜਿਹੜੇ ਹੈਗੇ ਉਹ ਉਹਨਾਂ ਨੂੰ ਪੈਸੇ ਦਿੰਦੇ ਨੇ ਅਤੇ ਸਭ ਤੋਂ ਜ਼ਿਆਦਾ ਜਿਹੜਾ ਹੈ ਮੁਨਾਫਾ ਕਮਾਉਂਦੇ ਨੇ। ਸੋ ਇਸ ਤਰ੍ਹਾਂ ਜਿਹੜਾ ਹੈਗਾ ਦੋਨੋਂ ਧਿਰਾਂ ਜਿਹੜੀਆਂ ਹੈਗੀਆਂ ਆਪਣੇ ਪਾਲਣ ਪੋਸ਼ਣ ਆਪਣਾ ਕਰਦੀਆਂ ਨੇ। ਹੁਣ ਪੂੰਜੀਪਤੀ ਜਿਹੜੇ ਨੇ ਉਹ ਹੱਥੀਂ ਕੰਮ ਨਹੀਂ ਕਰਦੇ, ਕਿਤੋਂ ਕਰਾਉਂਦੇ ਨੇ? ਲੇਬਰਰਸ ਤੋਂ, ਮਜ਼ਦੂਰਾਂ ਤੋਂ। ਇਸ ਕਰਕੇ ਜਿਹੜਾ ਹੈ ਮਜ਼ਦੂਰ ਕੰਮ ਨਹੀਂ ਕਰੇਗਾ ਤਾਂ ਉਹਨਾਂ ਦੀਆਂ ਉਤਪਾਦਨ ਸ਼ਕਤੀਆਂ ਦਾ ਵਿਅਰਥ ਹੈ, ਉਹਨਾਂ ਦਾ ਤਾਂ ਬਿਲਡਿੰਗ ਖੜੀ ਦੀ ਖੜੀ ਹੈ, ਮਸ਼ੀਨਾਂ ਖੜੀਆਂ ਦੀ ਖੜੀਆਂ। ਅਗਰ ਲੇਬਰਰ ਆ ਕੇ ਕੰਮ ਨਹੀਂ ਕਰਨਗੇ ਤਾਂ ਕੰਮ ਜਿਹੜਾ ਹੈ ਨਹੀਂ ਹੋਏਗਾ, ਅਤੇ ਪੂੰਜੀਪਤੀਆਂ ਨੂੰ ਵੀ ਜਿਹੜਾ ਹੈ ਪੈਸਾ ਨਹੀਂ ਮਿਲੇਗਾ, ਪੈਸਾ ਕਮਾ ਨਹੀਂ ਪਾਉਣਗੇ। ਸੋ ਦੋਨੋਂ ਜਿਹੜੇ ਨੇ ਅੰਤਰ ਨਿਰਭਰ ਨੇ, ਪਰ ਜਿਹੜਾ ਹੈ ਇਹ ਬਰਾਬਰ ਨਹੀਂ ਹੈਗੇ, ਸਿਰਫ ਕੀ ਨੇ? ਡਿਪੈਂਡੈਂਟ ਨੇ ਇੱਕ ਦੂਜੇ 'ਤੇ। ਇਨਈਕੁਅਲ ਡਿਸਟਰੀਬਿਊਸ਼ਨ ਪਾਈ ਜਾਂਦੀ ਹੈ। ਇੱਕ ਪਾਸੇ ਐਕਸਪਲੋਇਟਰ ਨੇ, ਐਕਸਪਲੋਇਟਰ ਮਤਲਬ ਪੂੰਜੀਪਤੀ ਵਰਗ। ਠੀਕ ਹੈ, ਪੂੰਜੀਪਤੀ ਵਰਗ ਕੀ ਕਰਦਾ ਹੈਗਾ? ਜਿਨ੍ਹਾਂ ਕੋਲੇ ਪੈਸਾ ਹੈ ਉਹ ਐਕਸਪਲੋਇਟਰਸ ਨੇ, ਸ਼ੋਸ਼ਕ ਨੇ, ਸ਼ੋਸ਼ਣ ਕਰਦੇ ਨੇ। ਕਿਹਨਾਂ ਦਾ ਸ਼ੋਸ਼ਣ ਕਰਦੇ ਨੇ? ਮਜ਼ਦੂਰਾਂ ਦਾ, ਪੂੰਜੀਹੀਨ ਦਾ। ਠੀਕ ਹੈ, ਸੋ ਇਹ ਸਾਰੀਆਂ ਚੀਜ਼ਾਂ ਬਾਰ-ਬਾਰ ਸੇਮ ਲਾਈਨਾਂ ਨੇ, ਆਪਾਂ ਨੇ ਬਣਾ ਕੇ ਲਿਖਣਾ ਹੈਗਾ। ਅਤੇ ਇਹ ਕੀ ਕਰਦੇ ਨੇ? ਪੂੰਜੀਪਤੀ ਵਰਗ ਵਸਤੂਆਂ ਦਾ ਉਤਪਾਦਨ ਕਰਨ ਲਈ ਮਜ਼ਦੂਰਾਂ ਨੂੰ ਘੱਟ ਤੋਂ ਘੱਟ ਉਜਰਤ ਪੇਮੈਂਟ ਦਿੰਦੇ ਨੇ, ਸੈਲਰੀਜ਼ ਦਿੰਦੇ ਨੇ, ਵੱਧ ਤੋਂ ਵੱਧ ਮੁੱਲ ਦੇ ਵਿੱਚ ਆਪਣਾ ਸਮਾਨ ਵੇਚਦੇ ਨੇ, ਅਤੇ ਤਾਂ ਕਿ ਉਹਨਾਂ ਨੂੰ ਜਿਹੜਾ ਹੈ ਵੱਧ ਤੋਂ ਵੱਧ ਲਾਭ ਮਿਲੇ। ਲੇਕਿਨ ਮਜ਼ਦੂਰ ਕੀ ਕਰਦੇ ਨੇ? ਉਹ ਚਾਹੁੰਦੇ ਨੇ ਕਿ ਸਾਡਾ ਜਿਹੜਾ ਹੈ ਮਾਲਕ ਉਹ ਵਧੀਆ ਤੋਂ ਵਧੀਆ ਸਮਾਨ ਵੇਚੇ, ਅਤੇ ਸਾਡੀ ਜਿਹੜੀ ਹੈਗੀ ਸਾਨੂੰ ਵਧੀਆ ਤੋਂ ਵਧੀਆ ਮਿਹਨਤਾਨਾ ਦੇਵੇ, ਪਰ ਐਸਾ ਕੁਛ ਨਹੀਂ ਹੁੰਦਾ। ਠੀਕ ਹੈ, ਸੋ ਉਸ ਤੋਂ ਬਾਅਦ 'ਚ ਮਜ਼ਦੂਰ ਵਿਚਾਰੇ ਜਦੋਂ ਸਮਾਨ ਖਰੀਦਦੇ ਨੇ, ਉਹਨਾਂ ਨੂੰ ਉਹੀ ਆਪਦੇ ਹੱਥ ਦਾ ਬਣਾਇਆ ਹੋਇਆ ਸਮਾਨ ਬਹੁਤ ਹੀ ਜ਼ਿਆਦਾ ਜਿਹੜਾ ਹੈ ਮੰਡੀਆਂ ਦੇ ਵਿੱਚ ਦੇਖਣ ਨੂੰ ਮਹਿੰਗਾ ਮਿਲਦਾ। ਤਾਂ ਕਨਫਲਿਕਟ ਜਿਹੜਾ ਹੈ ਇਹਨਾਂ ਦਾ ਚੱਲਦਾ ਰਹਿੰਦਾ। ਕਿਉਂ ਕਨਫਲਿਕਟ ਚੱਲਦਾ? ਇਹ ਕਹਿੰਦੇ ਨੇ ਕਿ ਸਾਡੀਆਂ ਤਨਖਾਹਾਂ ਵਧਾਓ, ਠੀਕ ਹੈ, ਸਾਨੂੰ ਬੋਨਸ ਦਿਓ। ਸੋ ਇਹ ਸਾਰੀਆਂ ਚੀਜ਼ਾਂ, ਲੇਕਿਨ ਮਾਲਕ ਜਿਹੜੇ ਨੇ ਉਹਨਾਂ ਤੋਂ ਜ਼ਿਆਦਾ ਕੰਮ ਕਰਾਉਂਦੇ ਨੇ, ਵਰਕਿੰਗ ਆਵਰਸ ਜਿਹੜੇ ਸੀ ਜ਼ਿਆਦਾ ਲੈਂਦੇ ਆ। ਤਾਂ ਇਹ ਪਹਿਲੇ ਵਾਲੇ ਸਮਾਜਾਂ ਦੀ ਗੱਲ ਕੀਤੀ ਗਈ ਹੈ, ਇੰਡਸਟਰੀਅਲ ਸੁਸਾਇਟੀ ਦੀ। ਠੀਕ ਹੈ, ਹੁਣ ਤਾਂ ਜਿਹੜੇ ਹੈ ਟਾਈਮ ਪੀਰੀਅਡ ਆਪਣਾ ਘਟਾ ਦਿੱਤਾ, ਓਵਰ ਟਾਈਮ ਦੇ ਵੀ ਆਪਾਂ ਨੂੰ ਪੈਸੇ ਮਿਲਦੇ ਨੇ। ਸੋ ਐਸੀਆਂ ਚੀਜ਼ਾਂ ਹੁੰਦੀਆਂ ਨੇ। ਹੁਣ ਜਿਹੜਾ ਹੈ ਵੈਬਰ ਦਾ ਸਿਧਾਂਤ, ਸੋ ਇਹ ਨੈਕਸਟ ਉਹਦੇ ਵਿੱਚ ਕਰਦੇ ਹਾਂ ਆਪਾਂ